बच्चा बच्चा चौक देंगे, बच्चा बच्चा चौक देंगे, बच्चा बच्चा चौक, किसान मजदूर एकता। ਜਦੋਂ ਤੁਹਾਡੇ ਘਰ 'ਚ ਕੋਈ ਖੁਸ਼ੀ ਦੀ ਗੱਲ ਹੋਈ, ਖੇੜੇ ਆਏ, ਸੋ ਉਦੋਂ ਸਾਡੇ ਪ੍ਰੋਗਰਾਮ ਤੁਹਾਡੇ ਘਰਾਂ ਦੇ ਵਿੱਚ ਹੋਏ। ਸੋ ਕਿਤੇ ਨਾ ਕਿਤੇ ਕਲਾਕਾਰ ਸਭ ਤੋਂ ਪਹਿਲਾਂ ਮੈਂ ਕਹਿੰਦਾ ਕਿਸਾਨ ਨਾਲ ਜੁੜਿਆ ਹੋਇਆ, ਜਿੱਥੇ ਕਿਸੇ ਮਜ਼ਦੂਰ ਜੁੜਿਆ, ਦਿਹਾੜੀਦਾਰ ਜੁੜਿਆ। ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਖੜੇ ਕਿੱਥੇ ਕਰ। ਸਾਡੀ ਪ੍ਰੋਬਲਮ ਇਹ ਆ ਵੀ ਸਾਨੂੰ ਇਹ ਨਹੀਂ ਪਤਾ ਅਸੀਂ ਖੜੇ ਕਿੱਥੇ ਕਰ। ਨਾ ਕਿਤੇ ਜੇ ਅੱਜ ਅਸੀਂ ਕਾਰਟੂਨ ਬਣੇ ਹੋਇਆ ਤਾਂ ਹੀ ਇਦਾਂ ਦੇ ਜਿਹੜੇ ਬਿੱਲ ਤੇ ਆਰਡੀਨੈਂਸ 'ਚ ਫਰਕ ਹੁੰਦਾ। ਬਿੱਲ ਆ ਜਿਹੜਾ ਉਹ ਬਹੁਤ ਬਹਿਸ ਤੋਂ ਬਾਅਦ ਪਾਸ ਹੁੰਦਾ, ਕਾਨੂੰਨ ਬਣਦਾ, ਬਹੁਤ ਲੋੜ ਹੁੰਦੀ ਆ। ਆਰਡੀਨੈਂਸ ਦੇ ਰੂਪ 'ਚ ਜਿਹੜੇ 3 ਕਾਨੂੰਨ ਨੇ ਲਿਆ ਕੇ ਕਾਨੂੰਨ ਮੜ ਦਿੱਤੇ ਗਏ ਨੇ ਸਾਡੇ ਮੱਥੇ ਤੇ, ਤਾਂ ਮੜੇ ਗਏ ਨੇ ਸਾਡੇ 'ਚ ਤੰਤ ਨਹੀਂ ਹੈਗਾ। ਹੋਂਦ ਬਹੁਤ ਜ਼ਰੂਰੀ ਹੈ। ਸਾਡੀ ਜ਼ੁਬਾਨ ਤੇ ਹਮਲੇ ਕੀਤੇ ਜਾਂਦੇ ਨੇ। ਜੰਮੂ ਕਸ਼ਮੀਰ ਚੋਂ ਰਾਜਸਥਾਨ ਚੋਂ ਤੀਜੀ ਭਾਸ਼ਾ ਸੀ ਹਟਾ ਦਿੱਤੀ ਗਈ ਹੈ, ਜਦਕਿ 40% ਆਬਾਦੀ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਬੋਲਦੀ ਹੈ। ਲਹਿਰਾਂ ਉੱਠਦੀਆਂ ਆ ਜੋ ਮੁੰਡਿਓ ਸੜਕਾਂ ਤੇ, ਢਿੱਡ ਭਰਦੇ ਨਹੀਂ ਜਵਾਕਾਂ ਦਾ ਤੇਰੇ ਰੋਜ਼ ਰੋਜ਼ ਤੇ ਲਾਰੇ ਨੀ। ਤੇਰਾ ਵਾਪਿਆ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ। ਤੇਰਾ ਵਾਪਿਆ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ। ਵੋਟਾਂ ਵੋਟਾਂ ਲੈ ਲੂ ਕੇ 5 ਸਾਲ ਲੱਭਦੇ ਆਗੂ ਨੇ, ਜਿੰਨੀਆਂ ਵੀ ਮਾਰੂ ਨੀਤੀਆਂ ਨੇ ਸੈਂਟਰ ਚੋਂ ਹੁੰਦੀਆਂ ਲਾਗੂ ਨੇ। ਜਿਹੜੇ ਰਾਤ ਨੂੰ ਦੇਖੇ ਹੋਣੇ ਨੇ ਹੁਣ ਦਿਨੇ ਦਿਸਣਗੇ ਤਾਰੇ ਨੀ। ਤੇਰਾ ਵਾਪਿਆ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ। ਤੇਰਾ ਵਾਪਿਆ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ। ਨੌਕਰ ਸਮਝੀ ਬੈਠੇ ਨੇ ਕਿਉਂ ਖੇਤਾਂ ਦੇ ਰਾਜਿਆਂ ਨੂੰ, ਪਿਛਲੇ ਵੀ ਜ਼ਖਮ ਦੇ ਹਰੇ ਹਲੇ ਰੋਈਏ ਕੀ ਬਹਿ ਕੇ ਤਾਜਿਆਂ ਨੂੰ। ਪਿਛਲੇ ਵੀ ਜ਼ਖਮ ਦੇ ਹਰੇ ਹਲੇ ਰੋਈਏ ਕੀ ਬਹਿ ਕੇ ਤਾਜਿਆਂ ਨੂੰ। ਖਾਲੀ ਅਬਦਾਲੀ ਮੋੜੇ ਨੇ ਕਦੇ ਪੜ ਲਈ ਸਾਡੇ ਬਾਰੇ ਨੀ। ਤੇਰਾ ਵਾਪਿਆ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ। ਤੇਰਾ ਵਾਪਿਆ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ। ਸੋ ਇੰਨੀਆਂ ਹਾਜ਼ਰੀਆਂ ਮੇਰੀਆਂ ਕਬੂਲ ਕਰਿਓ। ਆਪਾਂ ਥੋੜੇ ਜਿਹੇ ਨਾਰਾ ਬੱਚਾ ਬੱਚਾ ਝੋਕ ਦੇਾਂਗੇ, ਤੁਸੀਂ ਕਹਿਣਾ ਜ਼ਮੀਨ ਤੇ ਕਬਜ਼ੇ ਰੋਕ ਦੇਾਂਗੇ। ਬੱਚਾ ਬੱਚਾ ਚੌਕ ਦੇਾਂਗੇ, ਬੱਚਾ ਬੱਚਾ ਚੌਕ ਦੇਾਂਗੇ, ਬੱਚਾ ਬੱਚਾ ਚੌਕ। ਕਿਸਾਨ ਮਜ਼ਦੂਰ एकता, किसान मजदूर एकता, किसान मजदूर नौजवान एकता, किसान मजदूर नौजवान एकता। इनकलाब 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 इनकलाब। ਸੋ ਇੰਨੀਆਂ ਕਦੇ ਖੇਤਾਂ ਨੂੰ ਗਾਉਂਦੇ ਹੋਏ ਲਾਏ ਟਰੈਕਟਰਾਂ ਤੇ, ਜਾਂ ਖੇਤ ਨੂੰ ਆਉਂਦੇ ਜਾਂਦੇ, ਜਾਂ ਤੁਹਾਡੀਆਂ ਖੁਸ਼ੀਆਂ ਦੇ ਵਿੱਚ ਸਾਡੇ ਗੀਤ ਨੇ ਜਿਹੜੇ ਉਹ ਚਲਾਏ ਗਏ। ਉਸ ਤੋਂ ਬਾਅਦ ਜੇ ਅਸੀਂ ਪ੍ਰੋਗਰਾਮ ਲਾਏ ਉਹ ਵੀ ਤੁਹਾਡੇ ਘਰਾਂ ਦੇ ਵਿੱਚ ਲਾਏ। ਜਦੋਂ ਤੁਹਾਡੇ ਘਰ 'ਚ ਕੋਈ ਖੁਸ਼ੀ ਦੀ ਗੱਲ ਹੋਈ, ਖੇੜੇ ਆਏ, ਸੋ ਉਦੋਂ ਸਾਡੇ ਪ੍ਰੋਗਰਾਮ ਤੁਹਾਡੇ ਘਰਾਂ ਦੇ ਵਿੱਚ ਹੋਏ। ਸੋ ਕਿਤੇ ਨਾ ਕਿਤੇ ਕਲਾਕਾਰ ਸਭ ਤੋਂ ਪਹਿਲਾਂ ਮੈਂ ਕਹਿੰਦਾ ਕਿਸਾਨ ਨਾਲ ਜੁੜਿਆ ਹੋਇਆ, ਜਿੱਥੇ ਕਿਸੇ ਮਜ਼ਦੂਰ ਜੁੜਿਆ, ਦਿਹਾੜੀਦਾਰ ਜੁੜਿਆ। ਤੁਸੀਂ ਭਾਈ ਮੈਂ ਕਹਿੰਦਾ ਇੱਧਰ ਆ ਜਾਓ ਜੀ, ਬਹੁਤ ਵਧੀਆ ਯਾਰ। ਹਾਂਜੀ ਧੰਨਵਾਦ। ਸੋ ਅਸੀਂ ਕੋਈ ਸਾਨ ਨਹੀਂ ਕਰ ਰਹੇ ਕਿਸੇ ਤੇ, ਅਸੀਂ ਆਪਦੇ ਖੇਤਾਂ ਦੀ ਲੜਾਈ ਹੈ ਜਿਹੜੀ ਲੜ ਰਹੇ ਹਾਂ, ਕਿਸਾਨ ਦੇ ਪੁੱਤਾਂ। ਸੋ ਹੁਣ ਮੈਂ ਨੌਜਵਾਨਾਂ ਨੂੰ ਬੇਨਤੀਆਂ ਕਰਦਾ, ਕਿਉਂਕਿ ਬਜ਼ੁਰਗਾਂ ਨੂੰ ਅਸੀਂ ਬੇਨਤੀ ਕਰਨ ਜੋਗੇ ਹੈ ਵੀ ਨਹੀਂ। ਇਹਨਾਂ ਤੋਂ ਹੀ ਅਸੀਂ ਸਿੱਖਦੇ ਹਾਂ। ਜਦੋਂ ਰੋਜ਼ ਜਾ ਕੇ ਬਹਿਨੇ ਆ, ਜਿਹੜੀਆਂ ਇਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਹ ਸਾਡੇ ਜ਼ਿਹਨ 'ਚ ਘਰ ਕਰਦੀਆਂ ਨੇ, ਫਿਰ ਅਸੀਂ ਉਹੀ ਗੱਲਾਂ ਬੋਲਦੇ ਹਾਂ ਸਟੇਜਾਂ ਤੋਂ। ਸੋ ਬਜ਼ੁਰਗਾਂ ਨੂੰ ਅਸੀਂ ਕੁਝ ਕਹਿਣ ਜੋਗੇ ਨਹੀਂ, ਕਿਉਂਕਿ ਅੱਧੀ ਸਦੀ ਤੋਂ ਜਿਹੜੀ ਲੜਾਈ ਹੈ ਕਿਸਾਨ ਯੂਨੀਅਨ ਪਹਿਲਾਂ ਹੀ ਲੜ ਰਹੀ ਹੈ ਨਾ, ਜਿਹੜੀ ਕਿਸਾਨਾਂ ਦੀ ਲੜਾਈ ਹੈ। ਸੋ ਮੈਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ, ਸਾਰੇ ਨੌਜਵਾਨਾਂ ਨੂੰ, ਵੀ ਆਪਾਂ ਸਾਰੇ ਯਾਰ ਸੁਚੇਤ ਹੋਈਏ ਪੂਰਨ ਰੂਪ 'ਚ। ਤੁਸੀਂ ਇੱਥੇ ਚੰਗੀ ਗੱਲ ਆਉਣ ਲੱਗੇ ਹੋ, ਇਹਨਾਂ ਧਰਨਿਆਂ ਦੇ ਵਿੱਚ, ਇਹਨਾਂ ਰੋਸ ਪ੍ਰਦਰਸ਼ਨਾਂ ਦੇ ਵਿੱਚ ਤੁਸੀਂ ਪਹੁੰਚਣ ਲੱਗੇ ਹੋ, ਸ਼ਮੂਲੀਅਤ ਦੇਣ ਲੱਗੇ ਹੋ, ਪਰ ਸਾਡੇ ਅੰਦਰ ਚਾਨਣ ਹੋਣਾ ਬਹੁਤ ਲਾਜ਼ਮ ਹੈ। ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਖੜੇ ਕਿੱਥੇ ਕਰ। ਸਾਡੀ ਪ੍ਰੋਬਲਮ ਇਹ ਆ ਵੀ ਸਾਨੂੰ ਇਹ ਨਹੀਂ ਪਤਾ ਅਸੀਂ ਖੜੇ ਕਿੱਥੇ ਕਰ।
ਜਿਹੜੀ ਜ਼ਿੰਦਗੀ ਹੁੰਦੀ ਆ, ਜ਼ਿੰਦਗੀ ਦੀ ਗੱਡੀ ਆ ਜਿਹੜੀ, ਜੇ ਉਹ ਚਾਰ ਪਹੀਆਂ ਤੇ ਚੱਲਦੀ ਆ, ਜਿਹੜੇ ਉਹ ਚਾਰ ਪਹੀਏ ਨੇ, ਚਾਹੇ ਕਰਮ ਦਾ, ਧਰਮ ਦਾ, ਸਮਾਜਿਕ, ਰਾਜਨੀਤਿਕ, ਤਾਣੇ ਬਾਣੇ ਦਾ, ਸੋ ਜਿਹੜੇ ਦੋ ਪਹੀਆਂ ਦੇ ਸਹਾਰੇ 4x4 ਤਾਂ ਚਾਰੇ ਚੱਲਣੇ ਜ਼ਰੂਰੀ ਹੁੰਦੇ ਨੇ, ਚੱਲ ਦੋ ਮੰਨ ਲਓ, ਜਿਹੜੇ ਦੋ ਨੇ ਕਰਮ ਤੇ ਧਰਮ ਦਾ ਪਹੀਆ। ਸਾਡਾ ਕਰਮ ਦਾ ਪਹਿਲਾ ਤਾਂ ਪਹੀਆ, ਉਹ 'ਚ ਵੀ ਪਤਾ ਨਹੀਂ ਕਿੰਨੇ ਪੈਂਚਰ ਨੇ, ਫਿਰ ਉਹ ਤੋਂ ਬਾਅਦ ਧਰਮ ਵਾਲੇ 'ਚ ਤਾਂ ਪੈਂਚਰ ਹੀ ਪੈਂਚਰ ਨੇ। ਜਿਹੜਾ ਕਰਮ ਵਾਲਾ ਪਹੀਆ, ਕਿਰਤ ਵਾਲਾ ਪਹੀਆ, ਬਾਬੇ ਨਾਨਕ ਦੇ ਫਲਸਫੇ ਦੀ ਗੱਲ ਕਰੀਏ, ਜੇ ਸੱਚੀ ਕਿਰਤ ਦੀ ਗੱਲ ਕਰੀਏ, ਜਿਹੜਾ ਬਾਬੇ ਨੇ ਕਿਹਾ ਵੀ ਕਿਰਤ ਕਰੋ ਵੰਡ ਛਕੋ, ਸੋ ਉਸ ਕਿਰਤ ਦੀ ਗੱਲ ਕਰੀਏ, ਅਸੀਂ ਵਾਚੀਏ ਆਪਣੇ ਆਪ ਨੂੰ, ਅਸੀਂ ਕਿੱਥੇ ਖੜੇ ਆ। ਤੁਸੀਂ ਹਿਸਾਬ ਲਾ ਲਓ, ਸਾਡੇ ਪਿੰਡਾਂ ਦੇ ਵਿੱਚ 4-4 5-5 ਗੁਰਦੁਆਰੇ ਖੁੱਲੇ ਪਏ ਨੇ, ਉੱਥੇ ਵੀ ਅਸੀਂ ਇੱਕ ਨਹੀਂ ਹੋ ਪਾ ਰਹੇ। ਲੀਡਰਾਂ ਨੇ ਜੇ ਸਾਨੂੰ ਵੰਡਿਆ, ਅਸੀਂ ਵੰਡੇ ਵੀ ਗਏ, ਘਾਟ ਸਾਡੇ ਅੰਦਰ ਆ। ਸਭ ਤੋਂ ਪਹਿਲਾਂ ਜੇ ਤੁਸੀਂ ਕੋਈ ਕੰਮ ਵਿੜਦੇ ਹੋ, ਸਭ ਤੋਂ ਪਹਿਲਾਂ ਇਹ ਦੇਖਦੇ ਹੋ ਵੀ ਮੈਨੂੰ ਫਾਇਦਾ ਹੋਵੇ ਨਾ ਹੋਵੇ, ਉਹਨੂੰ ਨੁਕਸਾਨ ਹੋਵੇ ਦੂਜੇ ਬੰਦੇ ਨੂੰ। ਇਹ ਸਾਡੀ ਸੋਚ ਹੁੰਦੀ ਆ ਕੋਈ ਵੀ ਕੰਮ ਕਰਨ ਲੱਗੇ। ਜੇ ਟਰੈਕਟਰ ਦਵਾਉਣ ਜਾਂਦੇ ਆ ਗਵਾਂਢੀ ਨੂੰ, ਤਾਂ ਵਿੱਚੋਂ ਕੁੰਡੀ ਲਾਉਂਦੇ ਆ ਮੰਡੀ ਤੇ, ਕੋਈ ਪਸ਼ੂ ਦਵਾਉਣ ਵਗ ਜਾਓ, ਉਹਦੇ ਵਿੱਚੋਂ ਵੀ ਕੁੰਡੀ ਰੱਖਦੇ ਆ। ਤੁਸੀਂ ਹਿਸਾਬ ਲਾ ਲਓ ਸਾਡੀ ਕਿਰਤ ਖੜੀ ਕਿੱਥੇ ਆ। ਜਿਹੜਾ ਵੀ ਅਸੀਂ ਕੰਮ ਕਰਦੇ ਆ, ਗਵਾਂਢੀ, ਰਿਸ਼ਤੇਦਾਰ, ਆਪਣੇ ਸਕੇ ਭਰਾ ਦੇ ਵੀ ਨਹੀਂ ਹੈਗੇ ਅਸੀਂ। ਪਿੰਡਾਂ ਦੇ ਵਿੱਚ ਜੇ ਗੁਰਦੁਆਰਿਆਂ ਦੀ ਗੱਲ ਕਰਦੇ, ਗੁਰਦੁਆਰਾ ਇੱਕ ਘੱਟ ਹੋ ਜੂ, ਪਰ ਲਾਇਬ੍ਰੇਰੀ ਹੋਣੀ ਲਾਜ਼ਮੀ ਹੈ ਯਾਰ। ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਰੋਲ ਮਾਡਲ ਕੌਣ ਨੇ, ਕਿਹੜੇ ਯੋਧਿਆਂ ਨੇ ਕੌਮ ਲਈ ਲੜਾਈ ਲੜੀ ਆ, ਸਮਾਜ ਲਈ ਲੜਾਈ ਲੜੀ ਆ। ਬਾਹਰ ਦੇ ਯੋਧੇ, ਚੀਫ ਗੁਬੇਰੇ ਵਰਗੇ, ਜਿਨ੍ਹਾਂ ਨੇ ਕਿਊਬਾ ਵਰਗੇ ਦੇਸ਼ ਆਜ਼ਾਦ ਕਰਾਏ, ਅਰਜਨਟੀਨਾ ਦਾ ਹੋਣ ਦੇ ਬਾਵਜੂਦ। ਸੋ ਇਦਾਂ ਦੇ ਲੋਕ ਨਾਇਕ ਨੇ ਜਿਹੜੇ, ਉਹਨਾਂ ਦੀਆਂ ਕਹਾਣੀਆਂ ਸਾਨੂੰ ਕਦੋਂ ਪਤਾ ਲੱਗਣਗੀਆਂ, ਜੇ ਸਾਡੇ ਕੋਲ ਸੋਰਸ ਹੋਣਗੇ। ਸਾਡਾ ਇਤਿਹਾਸ ਤਾਂ ਸਾਨੂੰ ਤੋੜ ਮਰੋੜ ਕੇ ਪੜ੍ਹਾਇਆ ਜਾਂਦਾ। ਪਿੰਡਾਂ ਦੇ ਵਿੱਚ ਜੇ ਇੱਕ ਲਾਇਬ੍ਰੇਰੀ ਹੋਊਗੀ ਨਾ, ਜਿਹੜੇ ਮੁੰਡੇ ਪੜ੍ਹ ਸਕਦੇ ਨੇ ਉਹ ਪੜ੍ਹਨਗੇ, ਜਿਨ੍ਹਾਂ ਨੂੰ ਨਹੀਂ ਪੜ੍ਹਨਾ ਆਉਂਦਾ ਉਹਨਾਂ ਨੂੰ ਪੜ੍ਹ ਕੇ ਸੁਣਾਉਣਗੇ। ਸੋ ਇੱਕ ਚੰਗੀ ਵਿਚਾਰਧਾਰਾ ਡਿਵੈਲਪ ਹੋਊਗੀ, ਚੰਗੀ ਸੋਚ ਇੱਕ ਟ੍ਰਾਂਸਫਰ ਹੋਊਗੀ ਇੱਕ ਬੰਦੇ ਤੋਂ ਦੂਜੇ ਬੰਦੇ ਦੇ ਵਿੱਚ। ਸਤਿ ਸ੍ਰੀ ਅਕਾਲ। ਦੂਜੀ ਗੱਲ, ਪਿੰਡਾਂ ਦੇ ਵਿੱਚ ਕਮੇਟੀਆਂ ਬਣਨੀਆਂ ਚਾਹੀਦੀਆਂ ਨੇ। ਵੈਸੇ ਵੀ ਰਵਾਇਤੀ ਪਾਰਟੀਆਂ ਦੇ 5-5 6-6 ਪ੍ਰਧਾਨ ਸਾਰੇ ਪਿੰਡਾਂ 'ਚ ਹੋਣੇ ਨੇ, ਸਾਡੇ ਪਿੰਡ ਵੀ ਹੈਗੇ ਨੇ। 5-7 ਕਾਂਗਰਸੀ ਹੋਣੇ, ਇੰਨੇ ਕੀ ਅਕਾਲੀ ਹੋਣੇ, ਦੂਜੀਆਂ ਨਵੀਆਂ ਪਾਰਟੀਆਂ ਦੇ ਹੋਣੇ ਇੰਨੇ ਕੀ। ਜੇ 20-25 ਪ੍ਰਧਾਨ ਰਵਾਇਤੀ ਪਾਰਟੀਆਂ ਦੇ ਹੋ ਸਕਦੇ ਨੇ, ਤਾਂ ਯਾਰ 10-15 ਬੰਦੇ ਅਸੀਂ ਪਿੰਡ 'ਚੋਂ ਚੰਗੇ ਨਿਕਲ ਕੇ ਇਹ ਕਮੇਟੀ ਕਿਉਂ ਨਹੀਂ ਬਣਾ ਸਕਦੇ ਵੀ ਕੱਲ ਨੂੰ ਜਦੋਂ ਕਿਸੇ ਗਰੀਬ ਕੁੜੀ ਦਾ ਵਿਆਹ ਹੁੰਦਾ, ਜਾਂ ਕਿਸੇ ਦੀ ਲਿਮਟ ਟੁੱਟਦੀ ਆ, ਜਾਂ ਕਿਸੇ ਦਾ ਜਵਾਨ ਪੁੱਤ ਮਰਦਾ, ਇਹੋ ਜਿਹੇ ਬੰਦਿਆਂ ਦੇ ਅਸੀਂ ਨਾਲ ਖੜ ਸਕੀਏ, ਜਿਹੜੇ ਲੋੜਵੰਦ ਪਿੰਡ ਦੇ ਬੰਦੇ ਨੇ। ਇਦਾਂ ਦੀਆਂ ਕਮੇਟੀਆਂ ਅਸੀਂ ਕਿਉਂ ਨਹੀਂ ਇਕੱਠੇ ਹੋ ਕੇ ਬਣਾ ਸਕਦੇ। ਸੋ ਸਾਡੀਆਂ ਇਹ ਘਾਟਾਂ ਨੇ ਭਰਾਵੋ, ਕਿਉਂਕਿ ਅਸੀਂ ਯਾਰ ਭੁੱਲ ਹੀ ਚੁੱਕੇ ਹਾਂ ਅਸੀਂ ਕੌਣ ਆ। ਵੱਡੀ ਗੱਲ ਤਾਂ ਇਹ ਆ, ਜੇ ਅਸੀਂ ਬਾਬੇ ਨਾਨਕ ਦੇ ਫਲਸਫੇ ਦੀ ਗੱਲ ਕਰਾਂਗੇ ਤਾਂ ਹੀ ਸਾਨੂੰ ਪਤਾ ਲੱਗੂਗਾ ਨਾ ਅਸੀਂ ਕੌਣ ਆ। ਅਸੀਂ ਪਿਛਲੇ ਪਟੋਲ ਤੋਂ ਆਏ, ਮੈਂ ਤੇ ਕਨਵਰ ਬਾਈ, ਉੱਥੇ ਮੈਂ ਕਰਕੇ ਆਇਆ ਛੋਟੀ ਜਿਹੀ ਗੱਲ ਵੀ ਜਿਹੜੇ ਸਾਡੇ ਯੋਧੇ ਨੇ, ਜਿਹੜੇ ਸਾਡੇ ਸ਼ਹੀਦ ਨੇ, ਉਹਨਾਂ ਦੇ ਨਾਂ ਤੱਕ ਨਹੀਂ ਪਤਾ ਅੱਜ ਦੇ ਨਵੇਂ ਨੌਜਵਾਨਾਂ ਨੂੰ, ਜਾਂ ਜਿਹੜੇ ਨਵੇਂ ਜੰਮਰੇ ਮੁੰਡੇ ਨੇ, ਜਵਾਕ ਨੇ, ਉਹਨਾਂ ਦੀਆਂ ਮਾਵਾਂ ਜਦੋਂ ਛੋਟੇ ਨੀਚੇ ਸਵੇਰੇ ਜਦੋਂ ਸਕੂਲ ਭੇਜਣਾ ਹੁੰਦਾ ਨਾ, ਜਾਂ ਸਕੂਲ ਤੋਂ ਵੀ ਜਦੋਂ ਬੜਾ ਛੋਟਾ ਹੁੰਦਾ, ਉਹਨੂੰ ਕਾਰਟੂਨ ਲਾ ਕੇ ਟੀਵੀ ਦੇ ਉੱਤੇ ਜਾਂ ਫੋਨ ਦੇ ਉੱਤੇ ਦੇ ਦਿੰਦੀਆਂ ਨੇ, ਆਪਦੇ ਟੀਵੀ ਸੀਰੀਅਲ ਦੇਖੀ ਜਾਂਦੀਆਂ ਨੇ। ਤੇ ਕਾਰਟੂਨ ਹੀ ਬਣਾਂਗੇ ਫਿਰ ਕੱਲ ਜਦੋਂ ਸਾਨੂੰ ਸਾਡੇ ਲੋਕ ਨਾਇਕਾਂ ਦਾ ਤਾਂ ਪਤਾ ਹੀ ਨਹੀਂ, ਫਿਰ ਅਸੀਂ ਕਾਰਟੂਨ ਹੀ ਬਣਾਂਗੇ। ਸੋ ਕਿਤੇ ਨਾ ਕਿਤੇ ਜੇ ਅੱਜ ਅਸੀਂ ਕਾਰਟੂਨ ਬਣੇ ਹੋਏ ਆ, ਤਾਂ ਹੀ ਇਦਾਂ ਦੇ ਜਿਹੜੇ ਬਿੱਲ ਤੇ ਆਰਡੀਨੈਂਸ 'ਚ ਫਰਕ ਹੁੰਦਾ। ਬਿੱਲ ਆ ਜਿਹੜਾ ਉਹ ਬਹੁਤ ਬਹਿਸ ਤੋਂ ਬਾਅਦ ਪਾਸ ਹੁੰਦਾ, ਕਾਨੂੰਨ ਬਣਦਾ, ਬਹੁਤ ਲੋੜ ਹੁੰਦੀ ਆ। ਆਰਡੀਨੈਂਸ ਦੇ ਰੂਪ 'ਚ ਜਿਹੜੇ 3 ਕਾਨੂੰਨ ਨੇ ਲਿਆ ਕੇ ਕਾਨੂੰਨ ਮੜ ਦਿੱਤੇ ਗਏ ਨੇ ਸਾਡੇ ਮੱਥੇ ਤੇ, ਤਾਂ ਮੜੇ ਗਏ ਨੇ, ਸਾਡੇ 'ਚ ਤੰਤ ਨਹੀਂ ਹੈਗਾ। ਜੇ ਉਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦੇ ਕਰੰਟ ਆ ਯਾਰ ਬੰਦਿਆਂ 'ਚ, ਚੱਲਦੇ ਨਹੀਂ ਕਿਸੇ ਦੀ ਧੌਂਸ। ਹਰੀ ਸਿੰਘ ਨਲੂਏ ਦੇ ਵਾਰਸ ਨੇ, ਪਰ ਸ਼ਰਮ ਨਾਲ ਕਹਿਣਾ ਪੈਂਦਾ ਵੀ ਪਤਾ ਹੀ ਨਹੀਂ ਕਿਸੇ ਨੂੰ। ਤੁਸੀਂ ਪੁੱਛ ਲਓ ਅੱਜ ਦੇ ਨਵੇਂ ਮੁੰਡੇ ਨੂੰ, ਪੁੱਛ ਲਓ ਜੱਸਾ ਸਿੰਘ ਆਹਲੂਵਾਲੀਆ ਕੌਣ ਸੀ, ਨਵਾਬ ਕਪੂਰ ਸਿੰਘ ਕੌਣ ਸੀ, ਜਿਵੇਂ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਗੱਲ ਦੱਸੀ। ਸੋ ਕੁਝ ਵੀ ਨਹੀਂ ਪਤਾ ਯਾਰ ਸਾਡੇ ਅੱਜ ਕੱਲ ਦੇ ਨੌਜਵਾਨਾਂ ਨੂੰ। ਹਾਂ, ਸਾਰੇ ਐਕਟਰਾਂ ਦੇ ਨਾਂ ਪਤਾ ਹੋਣਗੇ, ਸਾਰੇ ਕਲਾਕਾਰਾਂ ਦੇ ਨਾਂ ਪਤਾ ਹੋਣਗੇ, ਕਿਹਦਾ ਗਾਣਾ ਆਇਆ ਪਿਛਲੇ ਹਫ਼ਤੇ ਇਹ ਪਤਾ ਹੋਊਗਾ, ਉਹਨਾਂ ਪਿੱਛੇ ਲੜ ਵੀ ਪੈਂਦੇ ਆ। ਨਹੀਂ, ਜਿਹਨੂੰ ਮੈਂ ਸੁਣਦਾ ਉਹ ਵਧੀਆ, ਦੂਜਾ ਨਹੀਂ ਵਧੀਆ, ਐਂ ਲੜੀ ਜਾਣਗੇ ਯਾਰ। ਕਿੱਥੇ ਅਸੀਂ ਖੜੇ ਆ, ਸਾਡੀ ਵਿਚਾਰਧਾਰਾ, ਸਾਡੀ ਸੋਚ ਕੀ ਆ। ਹੁਣ ਜਿਵੇਂ ਬਾਈ ਉਹਨਾਂ ਨੇ ਦੱਸਿਆ ਵੀ ਪ੍ਰਾਈਮ ਮਿਨਿਸਟਰ ਦਾ ਬਿਆਨ ਆਉਂਦਾ ਵੀ ਪਰਾਲੀ ਨੂੰ ਅੱਗ ਲਾਉਂਗੇ 1 ਕਰੋੜ ਰੁਪਇਆ ਜੁਰਮਾਨਾ। ਯਾਰ ਇੱਕ PM ਹੋ ਕੇ ਏਦਾਂ ਦੇ ਹਾਸੋ ਹੀਣੇ ਬਿਆਨ ਆਉਣੇ, ਉਹ ਤਾਂ ਹੀ ਨੇ ਜੇ ਅਸੀਂ ਸੁੱਤੇ ਪਏ।
ਕਾਰਨ ਕੀ ਆ, 1 ਲੱਖ ਰੁਪਏ ਵਾਲੀ ਤਾਂ ਲਿਮਟ ਟੁੱਟੀ ਜਾਂਦੀ ਹੈ ਇੱਕ ਕਿਸਾਨ ਦੀ ਅੱਜ ਖੇਤ, ਉਹ ਕਰੋੜ ਰੁਪਇਆ ਦੇ ਦੂਗਾ ਜੁਰਮਾਨਾ। ਦੂਜੀ ਗੱਲ, ਜੇ ਕਹਿੰਦੇ ਨੇ ਵੀ ਕਰਜ਼ਿਆਂ ਨੂੰ ਅੱਗ ਨਹੀਂ ਲਾਉਣੀ, ਟਰੈਕਟਰ ਦੇ ਨਾਲ ਜੇ ਅਸੀਂ ਕਰਜ਼ੇ ਪਾਉਣੇ ਵੀ ਆ, ਸਾਡੇ ਕੋਲ ਟਰੈਕਟਰ 'ਚ ਤੇਲ ਪਾਉਣ ਨੂੰ ਪੈਸੇ ਵੀ ਨਹੀਂ ਹੈਗੇ, ਕਰੋੜ ਰੁਪਇਆ ਇੱਕ ਕਿਸਾਨ ਦੇ ਦੂਗਾ ਜੁਰਮਾਨਾ। ਕਿਸਾਨੀ ਦੇ ਜਿਹੜੇ ਧਰਤੀ ਦੇ ਹਾਲਾਤ ਨੇ ਉਹ ਕੀ ਨੇ, ਇਹਨਾਂ ਦੇ ਬਿਆਨ ਯਾਰ ਕੀ ਆਈ ਜਾਂਦੇ ਨੇ। ਸੋ ਮੇਰੀਆਂ ਬੇਨਤੀਆਂ ਫੇਰ ਨੌਜਵਾਨਾਂ ਨੂੰ ਨੇ ਵੀ ਤੁਸੀਂ ਸਾਰੇ ਜਾਗੋ। ਸਾਡਾ ਇੱਥੇ ਆਉਣ ਦਾ ਮੇਨ ਮਕਸਦ ਇਹੀ ਹੁੰਦਾ, ਜਿਹੜੀਆਂ ਗੱਲਾਂ ਇਹ ਬਜ਼ੁਰਗ ਕਹਿੰਦੇ ਨੇ ਸਾਡੀਆਂ ਗੱਲਾਂ ਉਹਨਾਂ ਤੋਂ ਜੁਦਾ ਨਹੀਂ ਹੈਗੀਆਂ, ਗੱਲਾਂ ਉਹੀ ਨੇ, ਬਸ ਜ਼ੁਬਾਨ ਸਾਡੀ ਆ। ਸਾਨੂੰ ਹੁੰਦਾ ਵੀ ਐਟਲੀਸਟ ਸਾਡੇ ਜ਼ਰੀਏ ਤੁਸੀਂ ਇਹਨਾਂ ਗੱਲਾਂ ਨੂੰ ਸੁਣ ਸਕੋ, ਤੁਹਾਡੇ ਚੁੱਲ੍ਹਿਆਂ ਤੇ ਇਹ ਗੱਲਾਂ ਹੋ ਸਕਣ। ਜਿਹੜਾ ਇਹ ਚਿੰਤਨ ਆ ਇਹ ਤੁਹਾਡੇ ਚੁੱਲ੍ਹਿਆਂ ਤੇ ਹੋ ਸਕੇ, ਤੁਸੀਂ ਫਿਕਰਮੰਦ ਹੋਵੋ, ਕਿਉਂਕਿ ਤੁਸੀਂ ਵਾਰਸ ਹੋ। ਜਿਹੜੀ ਲੜਾਈ ਆ ਸਾਡੇ ਬਜ਼ੁਰਗ ਭਾਵੇਂ ਲੜ ਰਹੇ ਨੇ ਅੱਜ, ਪਰ ਇਹ ਲੜਾਈ ਸਾਡੀ ਆ। ਇਹਨਾਂ ਦੀਆਂ ਉਮਰਾਂ ਤਾਂ ਲੰਘ ਗਈਆਂ, ਲੜਾਈ ਆ ਸਾਡੇ ਨੌਜਵਾਨਾਂ ਦੀ। ਜੇ ਸਾਨੂੰ ਅੱਜ ਵੀ ਇਹ ਲੱਗਦਾ ਵੀ ਯਾਰ IPL ਦਾ ਮੈਚ ਬਹੁਤ ਜ਼ਰੂਰੀ ਆ, ਜਾਂ ਕੋਈ ਹੋਰ ਫਲਾਣੇ ਐਕਟਰ ਦਾ ਵਿਆਹ ਹੋ ਗਿਆ ਉਹ ਬਹੁਤ ਜ਼ਰੂਰੀ ਆ, ਭਰਾਵੋ ਤੁਹਾਡੀ ਹੋਂਦ ਬਹੁਤ ਜ਼ਰੂਰੀ ਆ। ਸਾਡੀ ਜ਼ੁਬਾਨ ਤੇ ਹਮਲੇ ਕੀਤੇ ਜਾਂਦੇ ਨੇ। ਜੰਮੂ ਕਸ਼ਮੀਰ ਚੋਂ ਰਾਜਸਥਾਨ ਚੋਂ ਤੀਜੀ ਭਾਸ਼ਾ ਸੀ ਹਟਾ ਦਿੱਤੀ ਗਈ ਹੈ, ਜਦਕਿ 40% ਆਬਾਦੀ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਬੋਲਦੀ ਹੈ। ਸੋ ਜ਼ੁਬਾਨ ਤੇ ਹਮਲੇ ਕੀਤੇ ਜਾਂਦੇ ਨੇ, ਪਾਣੀ ਸਾਥੋਂ ਖੋਹੇ ਗਏ, ਜ਼ਮੀਨ ਖੋਹਣ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਸੈਂਟਰ ਵੱਲੋਂ। ਜੇ ਹੁਣ ਵੀ ਨਾ ਜਾ ਕੇ ਕੱਲ ਨੂੰ ਅਸੀਂ ਆਪਣੇ ਬੱਚਿਆਂ ਨੂੰ ਦੱਸ ਨਹੀਂ ਸਕਾਂਗੇ ਅਸੀਂ ਕੌਣ। ਪੰਜਾਬ ਦਾ ਜਿਹੜਾ ਜੀਓਗ੍ਰਾਫੀਕਲ ਏਰੀਆ ਉਹ ਵੀ ਨਹੀਂ ਬਚੂਗਾ ਸਾਡੇ ਕੋਲ। ਪਹਿਲੇ ਸਾਡੇ ਗੁਰੂ ਸਾਹਿਬਾਨ ਦੀਆਂ, ਸਾਡੇ ਸ਼ਹੀਦਾਂ ਦੀਆਂ ਨਿਸ਼ਾਨੀਆਂ ਤਾਂ ਸਾਡੇ ਕੋਲ ਬਚੀਆਂ ਹੀ ਨਹੀਂ। ਦਿਖਾਉਣ ਨੂੰ ਸਾਡੇ ਕੋਲ ਕੁਝ ਨਹੀਂ ਹੋਣਾ, ਗੱਲਾਂ ਹੀ ਹੋਣਗੀਆਂ ਬਸ। ਉਹ ਕਰੀ ਜਾਵਾਂਗੇ, ਉਹ ਵੀ ਯਕੀਨ ਨਹੀਂ ਕਰਨਾ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਤੁਹਾਡੇ ਤੇ ਵੀ ਯਾਰ ਐਵੇਂ ਮਾਰੀ ਜਾਣਾ, ਤਾਂ ਬੰਦੇ ਹੋ ਹੀ ਨਹੀਂ ਸਕਦਾ। ਸੋ ਬੇਨਤੀਆਂ ਗੱਲਾਂ ਬਾਤਾਂ ਬਹੁਤ ਨੇ। ਮੇਰੇ ਤੋਂ ਬਾਅਦ ਬਾਈ ਕਨਵਰ ਨੇ ਬੋਲਣਾ, ਹੋਰ ਵੀ ਬਹੁਤ ਸਾਰੇ ਸੂਝਵਾਨ ਬੁਲਾਰੇ ਜਿਹੜੇ ਚੰਗੇ ਤਰੀਕੇ ਨਾਲ ਤੁਹਾਨੂੰ ਇਹ ਗੱਲਾਂ ਸਮਝਾ ਪੰਜਾਬੀ ਸਕਦੇ। ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।